ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਹੁਣ ਤੱਕ ਤੁਸੀਂ ਪੜ੍ਹਿਆ ਕਿ ਮੇਰੇ ਪਤੀ ਦੀ ਭੈਣ ਮੇਰੀਆਂ ਗੱਲਾਂ ਸੁਣ ਅੱਗ ਬਬਲਾ ਹੋ ਗਈ ਤੇ ਅਜਿਹੀ ਗੱਲ ਬੋਲੀ ਜੋ ਮੈਂ ਸੋਚ ਵੀ ਨਹੀਂ ਸਕਦੀ ਸੀ। ਉਸਨੇ ਕਿਹਾ ਕਿ ਤੇਰਾ ਪਤੀ ਵੀ ਅਜਿਹਾ ਹੀ ਸੀ, ਇਸ ਲਈ ਅੱਜ ਇਸ ਦਾ ਇਹ ਹਾਲ ਹੈ। ਤੂੰ ਦੇਖੀ ਤੇਰਾ ਵੀ ਇਹੀ ਹਾਲ ਹੋਵੇਗਾ। ਅੱਜ ਇਹ ਲੋਕਾਂ ਦਾ ਮੁਹਤਾਜ ਹੈ, ਕੱਲ ਤੂੰ ਵੀ ਹੋਵੇਂਗੀ। ਜੇਕਰ ਅਜਿਹਾ ਹੋਇਆ ਤਾਂ ਤੁਹਾਡਾ ਦੋਵਾਂ ਦਾ ਖਿਆਲ ਕੌਣ ਰੱਖੇਗਾ? ਤੁਸੀਂ ਤਾਂ ਤੜਫ ਤੜਫ ਕੇ ਭਗਵਾਨ ਨੂੰ ਪਿਆਰੇ ਹੋ ਜਾਓਗੇ। ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਤੇ ਸੋਚਣ ਲੱਗੀ ਕਿ ਕਿਹੋ ਜਿਹੀ ਦੁਨੀਆ ਹੈ। ਇਹ ਲੋਕ ਕਿਸੇ ਵੀ ਹਾਲ 'ਚ ਤੁਹਾਨੂੰ ਨਹੀਂ ਛੱਡਦੇ। ਮੈਂ ਉਸ ਨੂੰ ਹੁਣ ਵੀ ਤਮੀਜ਼ ਨਾਲ ਕਿਹਾ ਕਿ ਤੂੰ ਇੱਥੋਂ ਜਾ ਸਕਦੀ ਹੈ। ਫਿਰ ਉਹ ਚਲੀ ਗਈ। ਮੈਂ ਸਾਰੀਆਂ ਗੱਲਾਂ ਆਪਣੇ ਪਤੀ ਨੂੰ ਦੱਸੀਆਂ। ਉਹ ਸੁਣ ਵੀ ਰਿਹਾ ਸੀ ਤੇ ਸਮਝ ਵੀ ਰਿਹਾ ਸੀ ਤੇ ਰੋ ਰਿਹਾ ਸੀ। ਉਹ ਸ਼ਾਇਦ ਮੇਰੇ ਨਾਲ ਗੱਲਾਂ ਕਰਨਾ ਚਾਹੁੰਦਾ ਸੀ, ਪਰ ਹੁਣ ਉਹ ਬੋਲ ਨਹੀਂ ਸਕਦਾ ਸੀ। ਅਗਲੇ ਦਿਨ ਮੈਂ ਡਾਕਟਰ ਤੋਂ ਉਸ ਦਾ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਵੀ ਇਹੀ ਕਿਹਾ ਕਿ ਇਹਨਾਂ ਦੇ ਠੀਕ ਹੋਣ ਦੀ ਉਮੀਦ ਬਹੁਤ ਘੱਟ ਹੈ। ਅਜੇ ਤਾਂ ਇਹ ਇਸ ਤਰ੍ਹਾਂ ਹੀ ਰਹੇਗਾ, ਅੱਗੇ ਭਗਵਾਨ ਦੀ ਮਰਜ਼ੀ। ਪਰ ਜੇਕਰ ਤੁਸੀਂ ਚਾਹੋ ਤਾਂ ਕਿਸੇ ਹੋਰ ਡਾਕਟਰ ਨੂੰ ਦਿਖਾ ਸਕਦੇ ਹੋ ਜਾਂ ਕਿਸੇ ਹੋਰ ਸ਼ਹਿਰ ਲੈ ਜਾ ਸਕਦੇ ਹੋ। ਡਾਕਟਰ ਹਰ ਮਹੀਨੇ ਆ ਕੇ ਚੈੱਕ ਕਰਦਾ ਸੀ, ਪਰ ਕੋਈ ਚੰਗੀ ਖਬਰ ਨਹੀਂ ਮਿਲ ਰਹੀ ਸੀ। ਬਸ ਮੇਰਾ ਪਤੀ ਵਾਰ-ਵਾਰ ਸਟੋਰ ਰੂਮ ਵੱਲ ਇਸ਼ਾਰਾ ਕਰਦਾ ਰਹਿੰਦਾ ਤੇ ਮੈਨੂੰ ਸਮਝ ਹੀ ਨਹੀਂ ਆਉਂਦਾ ਸੀ ਕਿ ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਦਿਨ ਸਵੇਰੇ ਮੈਂ ਉਹਨਾਂ ਨੂੰ ਜਗਾਉਣ ਲੱਗੀ ਤਾਂ ਮੈਂ ਦੇਖਿਆ ਕਿ ਉਹ ਜਾਗ ਨਹੀਂ ਰਹੇ ਸਨ। ਉਹ ਇਸ ਦੁਨੀਆ 'ਚ ਮੈਨੂੰ ਇਕੱਲੀ ਛੱਡ ਜਾ ਚੁੱਕੇ ਸਨ। ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਉਹ ਕਿਹੋ ਜਿਹੇ ਵੀ ਸਨ, ਆਖਰ ਮੇਰੇ ਪਤੀ ਸਨ। ਉਹਨਾਂ ਨੇ ਮੇਰੇ ਨਾਲ ਕੁਝ ਵੀ ਕੀਤਾ ਹੋਵੇ, ਪਰ ਉਹਨਾਂ ਨੂੰ ਵੀ ਜਿਉਣ ਦਾ ਹੱਕ ਸੀ। ਮੈਂ ਪੂਰੀ ਇੱਜ਼ਤ ਨਾਲ ਉਹਨਾਂ ਦਾ ਸੰਸਕਾਰ ਕੀਤਾ। ਮੈਂ ਕੁਝ ਸਮਾਂ ਨੌਕਰੀ ਤੇ ਨਹੀਂ ਗਈ ਤੇ ਘਰੇ ਹੀ ਰਹਿੰਦੀ ਸੀ। ਮੇਰੇ ਨਾਲ ਘਰ 'ਚ ਇੱਕ ਨੌਕਰਾਨੀ ਵੀ ਰਹਿੰਦੀ ਸੀ। ਉਹੀ ਘਰ ਦਾ ਸਾਰਾ ਕੰਮ ਕਰਦੀ। ਪਤੀ ਦੇ ਦੇਹਾਂਤ ਤੋਂ ਬਾਅਦ ਮੇਰਾ ਕਿਸੇ ਕੰਮ 'ਚ ਦਿਲ ਨਹੀਂ ਲੱਗਦਾ ਸੀ। ਇੱਕ ਦਿਨ ਕਿਸੇ ਨੇ ਦਰਵਾਜ਼ਾ ਖੜਕਾਇਆ ਤੇ ਮੈਨੂੰ ਨੌਕਰਾਨੀ ਨੇ ਆ ਕੇ ਦੱਸਿਆ ਕਿ ਮੈਨੂੰ ਕੋਈ ਔਰਤ ਮਿਲਣਾ ਚਾਹੁੰਦੀ ਹੈ। ਉਸ ਦੇ ਨਾਲ ਬੱਚੇ ਵੀ ਹਨ। ਜਦੋਂ ਮੈਂ ਬਾਹਰ ਆਈ ਤਾਂ ਮੈਂ ਦੇਖਿਆ ਕਿ ਮੈਂ ਉਸ ਔਰਤ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ ਤੇ ਨਾ ਹੀ ਉਸਦੇ ਬੱਚਿਆਂ ਨੂੰ। ਮੈਂ ਉਸ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਂ ਤੇਰੇ ਪਤੀ ਦੀ ਦੂਜੀ ਪਤਨੀ ਹਾਂ। ਹੁਣ ਉਹ ਮਰ ਗਿਆ ਹੈ। ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਹਿੱਸਾ ਲੈਣ ਆਈ ਹਾਂ। ਤੇਰੇ ਪਤੀ ਨੇ 3 ਸਾਲ ਪਹਿਲਾਂ ਮੇਰੇ ਨਾਲ ਵਿਆਹ ਕੀਤਾ ਸੀ ਤੇ 3 ਸਾਲਾਂ 'ਚ ਮੇਰੇ 2 ਬੱਚੇ ਵੀ ਹਨ। ਹੁਣ ਮੈਂ ਆਪਣਾ ਹੱਕ ਲੈਣ ਤੇਰੇ ਕੋਲ ਆਈ ਹਾਂ। ਉਸ ਦੀ ਗੱਲ ਸੁਣ ਮੈਂ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਈ ਇੱਕ ਵਿਆਹੇ ਹੋਏ ਬੰਦੇ ਨਾਲ ਵਿਆਹ ਕਰਦਿਆਂ? ਉਸਨੇ ਕਿਹਾ ਕਿ ਇਸ 'ਚ ਮੇਰਾ ਕੀ ਕਸੂਰ ਹੈ? ਉਹ ਤੈਨੂੰ ਪਸੰਦ ਨਹੀਂ ਕਰਦਾ ਸੀ ਤੇ ਮੈਂ ਖੂਬਸੂਰਤ ਤੇ ਹਸੀਨ ਸੀ। ਉਹ ਮੇਰੇ ਪਿੱਛੇ ਪੈ ਗਿਆ ਤੇ ਮੇਰੇ ਨਾਲ ਵਿਆਹ ਕਰ ਲਿਆ। ਮੈਂ ਕਿਹਾ ਕਿ ਖੂਬਸੂਰਤ ਤਾਂ ਮੈਂ ਵੀ ਸੀ, ਪਰ ਉਸਨੇ ਮੈਨੂੰ ਜਾਣ-ਬੁੱਝ ਕੇ ਬਦਸੂਰਤ ਕਰ ਦਿੱਤਾ। ਉਸਨੇ ਕਿਹਾ ਕਿ ਬੰਦਾ ਅਜਿਹਾ ਕਿਉਂ ਕਰੇਗਾ? ਸ਼ਾਇਦ ਮੇਰੀ ਕਿਸਮਤ ਹੀ ਖਰਾਬ ਸੀ। ਖੈਰ ਛੱਡ ਇਹਨਾਂ ਗੱਲਾਂ ਨੂੰ। ਹੁਣ ਤਾਂ ਉਹ ਇਸ ਦੁਨੀਆ 'ਚ ਨਹੀਂ ਰਿਹਾ। ਮੇਰਾ ਹਿੱਸਾ ਮੈਨੂੰ ਦੇ ਦੇ। ਮੈਂ ਕਿਹਾ ਕਿ ਉਹ ਮੇਰੇ ਕੋਲ ਕੁਝ ਨਹੀਂ ਛੱਡ ਕੇ ਗਿਆ। ਮੈਂ ਆਪਣਾ ਖਰਚ ਵੀ ਆਪਣੀ ਨੌਕਰੀ ਕਰਕੇ ਕੱਢਦੀ ਹਾਂ ਤੇ ਜੋ ਉਸਦੇ ਫੰਡ ਤੇ ਤਨਖਾਹ ਹੈ ਉਹ ਵੀ ਅੱਜ ਤੱਕ ਨਹੀਂ ਮਿਲੀ ਹੈ। ਜਦੋਂ ਮਿਲ ਜਾਵੇਗੀ ਤਾਂ ਮੈਂ ਤੈਨੂੰ ਉਸ 'ਚੋਂ ਅੱਧੇ ਪੈਸੇ ਦੇ ਦੇਵਾਂਗੀ। ਰਹੀ ਇਸ ਘਰ ਦੀ ਗੱਲ, ਇਹ ਕਿਰਾਏ ਦਾ ਹੈ। ਮੇਰੀ ਗੱਲ ਸੁਣੋ। ਔਰਤ ਮੇਰੇ ਨਾਲ ਲੜਨ ਲੱਗੀ ਤੇ ਮੇਰੇ ਘਰ ਦੀ ਤਲਾਸ਼ੀ ਲੈਣ ਲੱਗੀ। ਮੈਂ ਕਿਹਾ ਕਿ ਇੱਥੇ ਕੁਝ ਵੀ ਨਹੀਂ ਹੈ, ਇੱਥੋਂ ਚਲੇ ਜਾਓ। ਉਸ ਦੀ ਇਸ ਹਰਕਤ ਕਰਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੇਰਾ ਬੀਪੀ ਵਧਣ ਲੱਗਿਆ। ਔਰਤ ਬਹੁਤ ਜ਼ਿੱਦੀ ਤੇ ਬਦਤਮੀਜ਼ ਸੀ। ਜਦੋਂ ਉਸਨੂੰ ਕੁਝ ਨਾ ਮਿਲਿਆ ਤਾਂ ਉਹ ਚਲੀ ਗਈ ਤੇ ਆਖ ਗਈ ਕਿ ਮੈਂ ਤੇਰੇ ਤੇ ਨਜ਼ਰ ਰੱਖਾਂਗੀ। ਜਦੋਂ ਉਸਦੇ ਪੈਸੇ ਆ ਜਾਣਗੇ ਤਾਂ ਮੈਂ ਖੁਦ ਲੈਣ ਆ ਜਾਵਾਂਗੀ। ਮੈਨੂੰ ਸਭ ਕੁਝ ਪਤਾ ਲੱਗ ਜਾਵੇਗਾ। ਮੇਰੀ ਨੌਕਰਾਨੀ ਨੇ ਦੱਸਿਆ ਕਿ ਉਹ ਉਸ ਔਰਤ ਨੂੰ ਜਾਣਦੀ ਹੈ। ਉਹ ਬਹੁਤ ਵਿਗੜੀ ਹੋਈ ਔਰਤ ਹੈ। ਅਮੀਰ ਆਦਮੀ ਨੂੰ ਪਹਿਲਾਂ ਫਸਾਉਂਦੀ ਹੈ, ਫਿਰ ਉਸ ਨਾਲ ਵਿਆਹ ਕਰਦੀ ਹੈ ਤੇ ਫਿਰ ਬਾਅਦ 'ਚ ਉਸ ਦੇ ਸਾਰੇ ਪੈਸੇ ਲੈ ਲੈਂਦੀ ਹੈ ਜਾਂ ਤਲਾਕ ਦੇ ਨਾਂ ਤੇ ਬੱਚਿਆਂ ਦਾ ਖਰਚਾ ਮੰਗਦੀ ਹੈ। ਹੁਣ ਪਤਾ ਨਹੀਂ ਉਸਨੇ ਅਜਿਹਾ ਕਿਉਂ ਕੀਤਾ, ਪਰ ਇਹ ਚੰਗੀ ਔਰਤ ਨਹੀਂ ਹੈ। ਇਸ ਨੂੰ ਤਾਂ ਸਾਰਾ ਮੁਹੱਲਾ ਜਾਣਦਾ ਹੈ। ਮੈਂ ਕਿਹਾ ਕਿ ਮੇਰੀ ਜ਼ਿੰਦਗੀ 'ਚ ਕੁਝ ਚੰਗਾ ਨਹੀਂ ਹੋ ਸਕਦਾ। ਪਤੀ ਨੇ ਵੀ ਮੈਨੂੰ ਤੰਗ ਕੀਤਾ ਤੇ ਜਾਣ ਤੋਂ ਬਾਅਦ ਵੀ ਮੇਰੇ ਗਲ ਮੁਸੀਬਤ ਪਾ ਗਏ। ਮੈਂ ਕੀ ਕਰਾਂ? ਅਜੇ ਮੇਰੇ ਪਤੀ ਨੂੰ ਮਰੇ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਮੈਨੂੰ ਵਾਰ-ਵਾਰ ਆਪਣੇ ਪਤੀ ਦਾ ਖਿਆਲ ਆਉਂਦਾ ਸੀ। ਮੇਰੇ 'ਚ ਉਸ ਦੀ ਯਾਦ ਵਸ ਗਈ ਸੀ। ਔਰਤ ਵੀ ਬਹੁਤ ਅਜੀਬ ਹੁੰਦੀ ਹੈ। ਜਦੋਂ ਕਿਸੇ ਨਾਲ ਪਿਆਰ ਕਰਦੀ ਹੈ ਤਾਂ ਉਸ ਦੀ ਬੇਵਫਾਈ ਵੀ ਮੁਆਫ ਕਰ ਦਿੰਦੀ ਹੈ, ਪਰ ਮਰਦ ਅੰਦਰ ਐਨੀ ਤਾਕਤ ਨਹੀਂ ਹੁੰਦੀ।
ਮੈਨੂੰ ਤਾਂ ਅੱਜ ਤੱਕ ਇਹ ਸਮਝ ਨਹੀਂ ਆਇਆ ਕਿ ਮੇਰੇ ਪਤੀ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ, ਜਦੋਂ ਕਿ ਮੈਂ ਤਾਂ ਹਮੇਸ਼ਾ ਉਸ ਨਾਲ ਪਿਆਰ ਕੀਤਾ ਸੀ। ਮੈਂ ਆਪਣੇ ਘਰੋਂ ਵੀ ਇਹੀ ਸੋਚ ਕੇ ਆਈ ਸੀ ਕਿ ਹਮੇਸ਼ਾ ਆਪਣੇ ਪਤੀ ਦਾ ਸਾਥ ਦੇਵਾਂਗੀ। ਮੈਂ ਦੇਖਣ 'ਚ ਵੀ ਚੰਗੀ ਸੀ, ਪਰ ਸ਼ਾਇਦ ਉਸਦੇ ਦਿਲ 'ਚ ਜਗ੍ਹਾ ਨਹੀਂ ਬਣਾ ਸਕੀ। ਔਰਤ ਖੂਬਸੂਰਤ ਹੈ ਜਾਂ ਨਹੀਂ, ਇਹ ਮਰਦ ਦੀ ਨਜ਼ਰ ਤੈਅ ਕਰਦੀ ਹੈ। ਜੇਕਰ ਕੋਈ ਔਰਤ ਇੱਕ ਵਾਰ ਮਰਦ ਨੂੰ ਖੂਬਸੂਰਤ ਲੱਗ ਜਾਵੇ ਤੇ ਜੇਕਰ ਉਹ ਖੂਬਸੂਰਤ ਨਾ ਵੀ ਹੋਵੇ ਤਾਂ ਵੀ ਉਸ ਨੂੰ ਆਪਣੇ ਦਿਲ ਦੀ ਰਾਣੀ ਬਣਾ ਕੇ ਰੱਖਦਾ ਹੈ। ਤੇ ਕਦੇ-ਕਦੇ ਤਾਂ ਬਹੁਤ ਖੂਬਸੂਰਤ ਔਰਤ ਵੀ ਮਰਦ ਦੇ ਦਿਲ ਨੂੰ ਨਹੀਂ ਪਾਉਂਦੀ ਤਾਂ ਉਹਨਾਂ ਦੀ ਹਾਲਤ ਮੇਰੇ ਵਰਗੀ ਹੋ ਜਾਂਦੀ ਹੈ। ਮੇਰਾ ਸਾਰਾ ਦਿਨ ਰੋਂਦੀ ਰਹਿੰਦੀ ਦਾ ਨਿਕਲਦਾ, ਖਾਣਾ ਵੀ ਨਹੀਂ ਖਾਂਦੀ ਸੀ, ਹਰ ਸਮੇਂ ਦਿਮਾਗ 'ਚ ਟੈਨਸ਼ਨ ਰਹਿੰਦੀ ਸੀ। ਪਰ ਮੇਰੇ ਕੋਲ ਹੁਣ ਕੀ ਰਿਹਾ ਗਿਆ ਸੀ? ਮੇਰੀ ਉਮਰ ਵੀ ਅਜੇ ਕੋਈ ਜ਼ਿਆਦਾ ਨਹੀਂ ਹੋਈ ਸੀ। ਮੈਂ ਕਿਸੇ ਨਾਲ ਵਿਆਹ ਵੀ ਨਹੀਂ ਕਰਨਾ ਚਾਹੁੰਦੀ ਸੀ ਤੇ ਨਾ ਹੀ ਮੇਰਾ ਕੋਈ ਇਰਾਦਾ ਸੀ। ਮੈਂ ਸਿਰਫ ਆਪਣੀ ਜ਼ਿੰਦਗੀ ਚੈਨ ਸਕੂਨ ਨਾਲ ਤੇ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦੀ ਸੀ। ਮੇਰੇ ਦਿਲ 'ਚ ਹੁਣ ਕੋਈ ਹੋਰ ਚਾਹਤ ਬਾਕੀ ਨਹੀਂ ਸੀ। ਮੈਂ ਘਰੇ ਹੀ ਰਹਿੰਦੀ। ਮੇਰੇ ਪਤੀ ਦੇ ਪੈਸੇ ਵੀ ਨਹੀਂ ਆ ਰਹੇ ਸਨ ਤੇ ਉਹਨਾਂ ਦੀ ਦੂਜੀ ਪਤਨੀ ਫੋਨ ਕਰਕੇ ਮੈਨੂੰ ਪਰੇਸ਼ਾਨ ਕਰਦੀ ਰਹਿੰਦੀ ਸੀ। ਮੇਰੇ ਕੋਲ ਜੋ ਪੈਸੇ ਸਨ ਉਹ ਖਤਮ ਹੋ ਗਏ ਸਨ। ਮੈਂ ਨੌਕਰਾਨੀ ਨੂੰ ਵੀ ਕਿਹਾ ਕਿ ਉਹ ਕੰਮ ਛੱਡ ਕੇ ਚਲੀ ਜਾਵੇ, ਮੈਂ ਹੁਣ ਉਸ ਨੂੰ ਪੈਸੇ ਨਹੀਂ ਦੇ ਸਕਦੀ। ਮੈਂ ਹੈਰਾਨ ਰਹਿ ਗਈ ਜਦੋਂ ਇੱਕ ਦਿਨ ਉਹ ਮੇਰੇ ਲਈ ਖੁਦ ਆਪਣੇ ਘਰੋਂ ਖਾਣਾ ਬਣਾ ਕੇ ਲਿਆਈ ਤੇ ਆਖਣ ਲੱਗੀ ਕਿ ਤੁਸੀਂ ਬਹੁਤ ਚੰਗੇ ਹੋ ਮੈਡਮ ਜੀ, ਤੁਸੀਂ ਮੇਰਾ ਬਹੁਤ ਖਿਆਲ ਰੱਖਿਆ। ਮੇਰੇ ਕੋਲ ਇੰਨਾ ਹੀ ਹੈ ਮੈਡਮ, ਮੈਂ ਤੁਹਾਡੇ ਲਈ ਖਾਣਾ ਹੀ ਲਿਆ ਸਕਦੀ ਹਾਂ। ਉਸ ਦਿਨ ਮੈਨੂੰ ਪਤਾ ਲੱਗਿਆ ਕਿ ਜੇਕਰ ਅਸੀਂ ਦੁਨੀਆ 'ਚ ਕਿਸੇ ਚੰਗੇ ਇਨਸਾਨ ਨਾਲ ਚੰਗਾ ਕਰਦੇ ਹਾਂ ਤਾਂ ਉਹ ਸਾਡੇ ਨਾਲ ਉਸ ਤੋਂ ਵੀ ਚੰਗਾ ਕਰਦਾ ਹੈ। ਉਸ ਕੋਲ ਤਾਂ ਖੁਦ ਕੁਝ ਵੀ ਨਹੀਂ ਸੀ, ਉਹ ਗਰੀਬ ਸੀ, 4 ਬੱਚੇ ਸਨ ਉਸਦੇ। ਮੈਂ ਉਸ 'ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਮੈਂ ਉਸ ਨੂੰ ਕਿਹਾ ਕਿ ਜੇਕਰ ਮੇਰੇ ਹਾਲਾਤ ਚੰਗੇ ਹੋ ਗਏ ਤਾਂ ਮੈਂ ਤੈਨੂੰ ਹੀ ਕੰਮ ਤੇ ਬੁਲਾ ਲਵਾਂਗੀ ਤੇ ਤਨਖਾਹ ਵੀ ਦੇਵਾਂਗੀ। ਉਧਰ ਇਹਨਾਂ ਦੇ ਦਫ਼ਤਰ ਵਾਲੇ ਪੈਸੇ ਦੇਣ ਨੂੰ ਤਿਆਰ ਹੀ ਨਹੀਂ ਸਨ। ਸ਼ਾਇਦ ਉਹ ਪੈਸੇ ਖਾਣਾ ਚਾਹੁੰਦੇ ਸਨ। ਇੱਧਰ ਇਹਨਾਂ ਦੀ ਦੂਜੀ ਪਤਨੀ ਨੇ ਮੈਨੂੰ ਤੰਗ ਕਰ ਰੱਖਿਆ ਸੀ। ਮੇਰੀ ਇੱਕ ਸਹੇਲੀ ਸੀ ਜਿਸ ਤੋਂ ਮੈਂ ਉਧਾਰ ਲੈ ਰੱਖਿਆ ਸੀ ਤੇ ਕਿਸੇ ਤਰ੍ਹਾਂ ਖਾਣਾ ਪੀਣਾ ਚੱਲ ਰਿਹਾ ਸੀ, ਪਰ ਹੁਣ ਉਹ ਵੀ ਖਤਮ ਹੋਣ ਵਾਲੇ ਸਨ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਂ ਨੌਕਰਾਨੀ ਨੂੰ ਵੀ ਹਟਾ ਦਿੱਤਾ ਸੀ, ਜਿਸ ਕਰਕੇ ਘਰ ਵੀ ਬਹੁਤ ਜ਼ਿਆਦਾ ਗੰਦਾ ਹੋ ਰਿਹਾ ਸੀ। ਘਰੇ ਕਰਨ ਨੂੰ ਕੁਝ ਵੀ ਨਹੀਂ ਸੀ ਤਾਂ ਮੈਂ ਸੋਚਿਆ ਕਿ ਅੱਜ ਸਫਾਈ ਹੀ ਕਰ ਲੈਂਦੀ ਹਾਂ। ਮੈਂ ਸਟੋਰ ਰੂਮ 'ਚ ਗਈ ਤਾਂ ਉੱਥੇ ਜਾਂਦੇ ਹੀ ਮੈਨੂੰ ਆਪਣੇ ਪਤੀ ਦੀ ਯਾਦ ਆਉਣ ਲੱਗੀ। ਮੈਂ ਸੋਚਣ ਲੱਗੀ ਕਿ ਉਹ ਵਾਰ-ਵਾਰ ਇੱਧਰ ਇਸ਼ਾਰਾ ਕਿਉਂ ਕਰਦੇ ਸਨ। ਮੈਂ ਇਹ ਸੋਚਦੀ ਜਾ ਰਹੀ ਸੀ ਕਿ ਮੇਰਾ ਪੈਰ ਤਿਲਕ ਗਿਆ ਤੇ ਮੇਰਾ ਹੱਥ ਕੰਨ ਤੇ ਵੱਜਿਆ, ਜਿਸ ਨਾਲ ਮੇਰੇ ਗੁੱਟ ਤੇ ਸੱਟ ਵੱਜੀ ਤੇ ਉੱਥੇ ਹੀ ਇੱਕ ਟਾਇਲ ਟੁੱਟ ਗਈ। ਜਦੋਂ ਮੈਂ ਉਸ ਪਾਸੇ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਨੂੰ ਯਕੀਨ ਨਾ ਹੋਇਆ ਕਿ ਮੇਰੀਆਂ ਅੱਖਾਂ ਕੀ ਦੇਖ ਰਹੀਆਂ ਹਨ। ਇਸ ਕੰਨ ਦੇ ਪਿੱਛੇ ਇੱਕ ਖੂਫੀਆ ਅਲਮਾਰੀ ਬਣਾ ਰੱਖੀ ਸੀ, ਜਿਸ 'ਚ ਬਹੁਤ ਸਾਰਾ ਪੈਸਾ, ਸੋਨਾ ਚਾਂਦੀ ਬਹੁਤ ਕੁਝ ਪਿਆ ਸੀ। ਮੈਂ ਸਮਝ ਗਈ ਕਿ ਮੇਰਾ ਪਤੀ ਵਾਰ-ਵਾਰ ਇੱਧਰ ਇਸ਼ਾਰਾ ਕਿਉਂ ਕਰਦਾ ਸੀ, ਪਰ ਦੱਸ ਨਹੀਂ ਸਕਦਾ ਸੀ। ਜਿਵੇਂ ਕਿ ਮੇਰੇ ਪਤੀ ਬਾਰੇ ਮਸ਼ਹੂਰ ਸੀ ਕਿ ਉਹ ਬਹੁਤ ਜ਼ਿਆਦਾ ਰਿਸ਼ਵਤ ਲੈਂਦਾ ਸੀ। ਸ਼ਾਇਦ ਇਹ ਸਭ ਉਸੇ ਰਿਸ਼ਵਤ ਦੇ ਪੈਸੇ ਤੇ ਸੋਨੇ ਚਾਂਦੀ ਦੇ ਗਹਿਣੇ ਸਨ। ਮੈਂ ਸਾਰਾ ਸਮਾਨ ਉੱਥੋਂ ਕੱਢਿਆ ਤੇ ਉਸ ਅਲਮਾਰੀ ਨੂੰ ਬੰਦ ਕਰ ਦਿੱਤਾ ਤੇ ਪਹਿਲਾਂ ਵਾਂਗ ਹੀ ਉੱਥੇ ਟਾਇਲ ਲਗਾ ਦਿੱਤੀ ਤਾਂ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ। ਅਗਲੇ ਦਿਨ ਮੈਂ ਨੌਕਰਾਨੀ ਨੂੰ ਬੁਲਾਇਆ ਤੇ ਕਿਹਾ ਕਿ ਘਰ ਦਾ ਸਾਰਾ ਸਮਾਨ ਪੈਕ ਕਰ ਦੇ, ਮੈਂ ਇੱਥੋਂ ਜਾ ਰਹੀ ਹਾਂ। ਉਂਝ ਵੀ ਇਹ ਘਰ ਕਿਰਾਏ ਦਾ ਹੈ। ਮੈਂ ਸੋਚ ਰਹੀ ਸੀ ਕਿ ਇਸ ਦੌਲਤ 'ਚੋਂ ਕੁਝ ਹਿੱਸਾ ਆਪਣੇ ਪਤੀ ਦੀ ਦੂਜੀ ਪਤਨੀ ਨੂੰ ਦੇ ਦੇਵਾਂਗੀ, ਪਰ ਨੌਕਰਾਨੀ ਨੇ ਦੱਸਿਆ ਕਿ ਉਹ ਦੋਵੇਂ ਬੱਚੇ ਉਸਦੇ ਨਹੀਂ ਸਨ। ਉਹ ਝੂਠ ਬੋਲ ਰਹੀ ਸੀ। ਉਹ ਬੱਚੇ ਕਿਸੇ ਹੋਰ ਦੇ ਸਨ। ਉਹ ਤੁਹਾਡੇ ਪਤੀ ਦੇ ਬੱਚੇ ਨਹੀਂ ਸਨ। ਉਹ ਔਰਤ ਸਾਡੇ ਮੁਹੱਲੇ 'ਚ ਰਹਿੰਦੀ ਹੈ। ਕੱਲ੍ਹ ਇੱਕ ਆਦਮੀ ਆਇਆ ਸੀ ਤੇ ਆਪਣੇ ਬੱਚੇ ਲੈ ਕੇ ਚਲਾ ਗਿਆ। ਹੋ ਸਕਦਾ ਹੈ ਤੁਹਾਡੇ ਪਤੀ ਨੇ ਉਸ ਨਾਲ ਵਿਆਹ ਕੀਤਾ ਹੀ ਨਾ ਹੋਵੇ ਤੇ ਉਹ ਝੂਠ ਬੋਲ ਰਹੀ ਹੋਵੇ, ਕਿਉਂਕਿ ਇਹ ਔਰਤ ਇਸ ਤਰ੍ਹਾਂ ਦੇ ਹੀ ਡਰਾਮੇ ਕਰਕੇ ਪੈਸੇ ਬਣਾਉਂਦੀ ਹੈ। ਮੈਂ ਚੁੱਪਚਾਪ ਉਸ ਦੀਆਂ ਗੱਲਾਂ ਸੁਣਦੀ ਰਹੀ। ਮੈਂ ਨੌਕਰਾਨੀ ਨੂੰ ਉਸ ਦੀ ਤਨਖਾਹ ਤੇ ਕੁਝ ਹੋਰ ਪੈਸੇ ਦੇ ਦਿੱਤੇ। ਉਸ ਨੂੰ ਲੱਗਿਆ ਸ਼ਾਇਦ ਮੈਨੂੰ ਦਫ਼ਤਰ ਤੋਂ ਪੈਸੇ ਮਿਲ ਗਏ ਹਨ, ਪਰ ਦਫ਼ਤਰ ਵਾਲੇ ਤਾਂ ਪੈਸੇ ਖਾ ਕੇ ਬੈਠ ਗਏ ਸਨ। ਮੈਂ ਉੱਥੋਂ ਚਲੀ ਗਈ। ਮੈਂ ਕੁਝ ਸਮਾਨ ਵੀ ਉਸ ਨੂੰ ਦੇ ਦਿੱਤਾ ਤੇ ਥੋੜਾ ਬਹੁਤ ਸਮਾਨ ਆਪਣੇ ਨਾਲ ਲੈ ਕੇ ਦੂਜੇ ਸ਼ਹਿਰ ਚਲੀ ਗਈ। ਉੱਥੇ ਮੈਂ ਨੌਕਰੀ ਕਰਨੀ ਸ਼ੁਰੂ ਕੀਤੀ। ਅੱਜ ਮੇਰੇ ਕੋਲ ਘਰ ਵੀ ਹੈ, ਗੱਡੀ ਵੀ ਹੈ ਤੇ ਆਪਣੇ ਪਤੀ ਦੇ ਨਾਂ ਤੇ ਇੱਕ ਅਨਾਥ ਆਸ਼ਰਮ ਬਣਵਾ ਰਹੀ ਹਾਂ, ਕਿਉਂਕਿ ਇਹ ਪੈਸੇ ਉਹਨਾਂ ਦੇ ਹੀ ਸਨ ਤੇ ਉਹਨਾਂ ਨੇ ਹੀ ਰੱਖੇ ਸਨ ਤੇ
ਉਹ ਤਾਂ ਮੈਨੂੰ ਦੇਣਾ ਵੀ ਨਹੀਂ ਚਾਹੁੰਦੇ ਸਨ, ਪਰ ਸ਼ਾਇਦ ਕਿਸਮਤ ਨੂੰ ਇਹੀ ਮਨਜ਼ੂਰ ਸੀ। ਇਹ ਪੈਸੇ ਮੈਨੂੰ ਹੀ ਮਿਲਨੇ ਸਨ। ਮੈਂ ਇਹਨਾਂ ਪੈਸਿਆਂ ਨਾਲ ਕੋਈ ਚੰਗਾ ਕੰਮ ਕਰਨਾ ਚਾਹੁੰਦੀ ਸੀ। ਇਹ ਸਭ ਸੁਣ 'ਚ ਅਜੀਬ ਲੱਗਦਾ ਹੈ, ਪਰ ਮੇਰਾ ਪਤੀ ਮੇਰੇ ਤੋਂ 15 ਸਾਲ ਵੱਡਾ ਸੀ। ਉਸਨੇ ਇੰਨੇ ਸਾਲਾਂ 'ਚ ਇਹ ਪੈਸੇ ਜਮ੍ਹਾਂ ਕੀਤੇ ਸਨ, ਪਰ ਉਹ ਇਹਨਾਂ ਨੂੰ ਖਰਚ ਨਹੀਂ ਕਰ ਸਕਿਆ ਸੀ। ਇਹੀ ਤਾਂ ਜੀਵਨ ਹੈ, ਇਸ ਵਿੱਚ ਊਚ ਨੀਚ ਹੁੰਦੀ ਰਹਿੰਦੀ ਹੈ। ਪਰ ਹੁਣ ਮੈਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੀ ਸੀ, ਇਸ ਲਈ ਦੂਜਾ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਮੈਂ ਅੱਗੇ ਪੜ੍ਹਾਈ ਕਰਨ ਦਾ ਫੈਸਲਾ ਕੀਤਾ ਤਾਂ ਕਿ ਇੱਕ ਚੰਗੀ ਨੌਕਰੀ ਕਰ ਸਕਾਂ, ਕਿਉਂਕਿ ਚਾਹੇ ਤੁਹਾਡੇ ਕੋਲ ਦੌਲਤ ਦਾ ਦਰਿਆ ਕਿਉਂ ਨਾ ਹੋਵੇ, ਉਹ ਵੀ ਇੱਕ ਦਿਨ ਖਤਮ ਹੋ ਹੀ ਜਾਂਦਾ ਹੈ। ਮੈਂ ਆਪਣੇ ਪਤੀ ਨੂੰ ਖੁਸ਼ੀ ਨਾਲ ਯਾਦ ਕਰਦੀ ਹਾਂ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਭਗਵਾਨ ਅੱਗੇ ਪ੍ਰਾਰਥਨਾ ਕਰਦੀ ਹਾਂ, ਕਿਉਂਕਿ ਉਹ ਜਿਹੋ ਜਿਹਾ ਵੀ ਸੀ ਮੇਰਾ ਪਤੀ ਸੀ। ਸੋ ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦਿੱਤਾ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਅਗਲੀ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।